ਤੁਹਾਡੇ ਦਿਲ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੁਹਾਡੇ ਲਈ ਤੁਹਾਡਾ ਆਪਣਾ ਕਲੇਰ ਅੰਮ੍ਰਿਤ ਚੈਨਲ। ਕਲੇਰ ਅੰਮ੍ਰਿਤ ਚੈਨਲ ਤੁਹਾਡੀ ਮਾਨਸਿਕਤਾ ਨੂੰ ਸਮਝਦਾ ਹੋਇਆ ਹਰ ਰੰਗ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਤਾਂ ਕਿ ਤੁਸੀਂ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ। ਮੈਂ ਅੰਮ੍ਰਿਤਪਾਲ ਕਲੇਰ ਤੁਹਾਡਾ ਸਵਾਗਤ ਕਰਦੀ ਹਾਂ। ਮੁਹੰਮਦ ਇਮਤਿਆਜ਼ ਇੱਕ ਅਜਿਹਾ ਕਹਾਣੀਕਾਰ ਹੈ ਜਿਸ ਨੇ ਕਹਾਣੀ ਨੂੰ ਲਿਖਿਆ ਹੀ ਨਹੀਂ ਸਗੋਂ ਕਹਾਣੀ ਨੂੰ ਜੀਵਿਆ ਹੈ। ਅਸੀਂ ਉਹਨਾਂ ਦੀ ਲਿਖੀ ਹੋਈ ਕਹਾਣੀ ਹਸ਼ਮਤ ਚਾਚਾ ਪੇਸ਼ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ। ਪੇਸ਼ ਹੈ ਮੁਹੰਮਦ ਇਮਤਿਆਜ਼ ਦੁਆਰਾ ਲਿਖੀ ਹੋਈ ਕਹਾਣੀ ਹਸ਼ਮਤ ਚਾਚਾ। ਯੂਨੀਵਰਸਿਟੀ 'ਚ ਸੈਸ਼ਨ ਖਤਮ ਹੋਣ 'ਤੇ ਮੈਂ ਮਲੇਰਕੋਟਲੇ ਆਇਆ ਸੀ। ਚਾਹ ਪਾਣੀ ਪੀਣ ਤੋਂ ਬਾਅਦ ਜਦੋਂ ਮੈਂ ਘਰੋਂ ਬਾਹਰ ਜਾਣ ਲਈ ਉੱਠਿਆ ਤਾਂ ਡੈਡੀ ਨੇ ਪੁੱਛਿਆ, ਕਿੱਥੇ ਚੱਲਿਆ? ਹਸ਼ਮਤ ਚਾਚੇ ਦਾ ਪਤਾ ਲੈ ਆਵਾਂ? ਮੈਨੂੰ ਲੱਗਿਆ ਡੈਡੀ ਅੱਗੋਂ ਬੋਲਣਗੇ, ਜਿਹੋ ਜਿਹਾ ਵਿਹਲਾ ਤੂੰ ਹੈ ਉਹੋ ਜਿਹੇ ਲੋਕਾਂ ਨਾਲ ਤੇਰੀ ਆੜੀ ਹੈ। ਪਰ ਉਹ ਕੁਝ ਨਹੀਂ ਬੋਲੇ। ਸ਼ਾਇਦ ਉਹਨਾਂ ਨੂੰ ਚਾਚੇ ਦੀ ਲਗਾਤਾਰ ਢਹਿ ਰਹੀ ਸਿਹਤ ਦਾ ਪਤਾ ਸੀ। ਜਾ ਆ, ਕੀ ਪਤਾ ਹੁੰਦਾ ਬੰਦੇ ਦਾ, ਫਿਰ ਆ ਕੇ ਆਪਾਂ ਨੇ ਬਾਜ਼ਾਰ ਜਾ ਕੇ ਆਉਣਾ। ਚਾਚੇ ਦਾ ਘਰ ਪਿਛਲੀ ਬੀਹੀ ਵਿੱਚ ਸੀ। ਉਹ ਉਹਨਾਂ 2-4 ਘਰਾਂ ਵਿੱਚੋਂ ਇੱਕ ਸੀ ਜੋ ਨਵੀਂ ਕਲੋਨੀ ਉਸਰਨ ਤੋਂ ਪਹਿਲਾਂ ਦੇ ਬਣੇ ਹੋਏ ਸਨ। ਪਹਿਲਾਂ ਜਦੋਂ ਕਲੋਨੀ ਵਿੱਚ ਬਹੁਤੇ ਮਕਾਨ ਨਹੀਂ ਸਨ ਬਣੇ ਉਦੋਂ ਸਾਨੂੰ ਸਭ ਤੋਂ ਨੇੜਲਾ ਘਰ ਚਾਚੇ ਹੋਰਾਂ ਦਾ ਹੀ ਪੈਂਦਾ ਸੀ। ਦੋਹਾਂ ਪਰਿਵਾਰਾਂ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਲੱਗਿਆ ਰਹਿੰਦਾ। ਅਸੀਂ ਖੇਡਦੇ ਖੇਡਦੇ ਉਹਨਾਂ ਦੇ ਘਰ ਜਾ ਵੜਦੇ। ਪਰ ਹੁਣ ਸਾਡੇ ਘਰ ਦੇ ਨਾਲ ਖਾਲੀ ਪਏ ਪਲਾਟਾਂ ਉੱਤੇ ਨਵੀਆਂ ਕੋਠੀਆਂ ਉਸਰ ਗਈਆਂ ਸਨ। ਪਿਛਲੀ ਗਲੀ ਵਿੱਚ ਜਾਣ ਲਈ ਮੈਨੂੰ ਕਾਫੀ ਘੁੰਮ ਕੇ ਜਾਣਾ ਪਿਆ। ਚਾਚੇ ਦਾ ਘਰ ਹੁਣ ਦੂਰ ਹੋ ਗਿਆ ਸੀ। ਪਹਿਲਾਂ ਚਾਚੇ ਦੇ ਬਾਪ ਤੇ ਫਿਰ ਮਾਂ ਦੇ ਮਰਨ ਤੋਂ ਬਾਅਦ ਹੁਣ ਉਸ ਦੇ ਸਾਡੇ ਪਰਿਵਾਰ ਨਾਲ ਰਿਸ਼ਤੇ ਵੀ ਦੂਰ ਹੋ ਗਏ ਸਨ। ਚਾਚੇ ਦਾ ਬਾਪ ਕਿਸੇ ਅਰਬ ਮੁਲਕ ਵਿੱਚ ਕੰਮ ਕਰਦਾ ਰਿਹਾ ਸੀ ਜੋ 1-2 ਸਾਲ ਬਾਅਦ ਆਉਂਦਾ। ਮੈਂ ਚਾਚੇ ਦੀ ਮਾਂ ਨੂੰ ਹਮੇਸ਼ਾ ਬੱਕਰੀਆਂ ਪਿੱਛੇ ਭੱਜਦਿਆਂ ਵੇਖਿਆ ਸੀ ਜਾਂ ਘਰ ਦੇ ਕੰਮਾਂ ਵਿੱਚ ਭੱਜਦੀ ਫਿਰਦੀ ਨੂੰ। ਉਸ ਦਾ 2 ਕਮਰਿਆਂ ਤੇ ਖੁੱਲ੍ਹੇ ਵਿਹੜੇ ਵਾਲਾ ਘਰ ਹਮੇਸ਼ਾ ਸਾਫ਼ ਤੇ ਸੰਵਰਿਆ ਹੁੰਦਾ ਸੀ। ਘਰ ਦਾ ਸਾਰਾ ਸਮਾਨ ਟਿਕਾਣੇ 'ਤੇ ਸਜਾਇਆ ਹੁੰਦਾ। ਪਰ ਅੱਜ ਜਦੋਂ ਮੈਂ ਚਾਚੇ ਦੇ ਘਰ ਅੰਦਰ ਵੜਿਆ ਤਾਂ ਸਭ ਕੁਝ ਬਿਖਰਿਆ ਬਿਖਰਿਆ ਲੱਗਦਾ ਸੀ। ਕਮਰਿਆਂ ਅੱਗੇ ਛੱਤੇ ਹੋਏ ਵਰਾਂਡੇ ਨੇ ਵਿਹੜਾ ਛੋਟਾ ਕਰ ਦਿੱਤਾ ਸੀ। ਕੱਚੇ ਵਿਹੜੇ ਨੂੰ ਸੀਮੈਂਟ ਦੇ ਫਰਸ਼ ਨੇ ਖਤਮ ਕਰ ਦਿੱਤਾ ਸੀ ਤੇ ਬੱਕਰੀਆਂ ਗਾਇਬ ਸਨ। ਚਾਚੇ ਵਾਲੇ ਕਮਰੇ 'ਚ ਵੜਦਿਆਂ ਹੀ ਪਤਾ ਲੱਗਦਾ ਸੀ ਕਿ ਇੱਥੇ ਕਈ ਦਿਨਾਂ ਤੋਂ ਝਾੜੂ ਨਹੀਂ ਸੀ ਲੱਗਿਆ। ਕੰਧ 'ਤੇ ਤਸਵੀਰਾਂ ਪਹਿਲਾਂ ਵਾਂਗ ਹੀ ਸਜੀਆਂ ਹੋਈਆਂ ਸਨ। ਸਪੀਕਰਾਂ ਨਾਲ ਪਿਆ ਰੇਡੀਓ ਟੇਪ ਰਿਕਾਰਡ ਧੂੜ ਨਾਲ ਭਰੇ ਹੋਏ ਸਨ। ਮੈਨੂੰ ਵੇਖ ਕੇ ਚਾਚੇ ਨੇ ਉੱਠਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਰੋਕ ਦਿੱਤਾ। ਖੇਚਰ ਨਾ ਕਰ ਚਾਚਾ, ਪਿਆਰ ਹੈ। ਮੈਂ ਪਲੰਗ ਦੇ ਨਾਲ ਪਈ ਕੁਰਸੀ 'ਤੇ ਬੈਠ ਗਿਆ। ਹੁਣ ਕਿਵੇਂ ਹੈ ਤਬੀਅਤ? ਉਸਨੇ ਪਤਾ ਨਹੀਂ ਦੇ ਅੰਦਾਜ਼ ਵਿੱਚ ਹੱਥ ਮਾਰਿਆ। ਬੋਲਣ ਯੋਗ ਸ਼ਾਇਦ ਉਸ ਵਿੱਚ ਤਾਕਤ ਨਹੀਂ ਸੀ। ਇਹ ਉਹੋ ਹੀ ਚਾਚਾ ਹੈ ਜਿਹੜਾ ਬੜੀਆਂ ਬੜੀਆਂ ਗੱਲਾਂ ਸੁਣਾਉਂਦਾ ਸੀ। ਉਸ ਦੀਆਂ ਗੱਲਾਂ ਅੰਦਰ ਧਸੀਆਂ ਹੋਈਆਂ ਸਨ। ਚਿਹਰਾ ਲੰਬੂਤਰਾ ਹੋ ਗਿਆ ਸੀ ਜਿਸ 'ਤੇ ਕਾਲਸ ਵੱਧ ਕੇ ਫੈਲ ਗਈ ਸੀ। ਉਸ ਦੇ ਬਿਖਰੇ ਹੋਏ ਲੰਮੇ ਛੇਦੇ ਵਾਲ ਉਸ ਦੇ ਚਿਹਰੇ ਨੂੰ ਹੋਰ ਖੌਫਨਾਕ ਬਣਾ ਰਹੇ ਸਨ। ਹੋਰ ਕਿਵੇਂ ਆ ਚਾਚਾ? ਉਸ ਨੇ ਜਵਾਬ ਦੇਣ ਦੀ ਥਾਂ ਫਿਰ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ। ਪਿਆਰ ਹੈ ਚਾਚਾ। ਕਦੋਂ ਆਇਆ ਹੈ? ਉਸ ਦੀ ਕਮਜ਼ੋਰ ਮੱਧਮ ਆਵਾਜ਼
ਕਿਸੇ ਖੂਹ 'ਚੋਂ ਆਈ ਲੱਗੀ। ਬਸ ਥੋੜ੍ਹੀ ਦੇਰ ਪਹਿਲਾਂ। ਫਿਰ ਕਾਫੀ ਦੇਰ ਚੁੱਪ ਪਸਰੀ ਰਹੀ। ਮੈਂ ਚੁੱਪ ਤੋੜਨ ਦੀ ਕੋਸ਼ਿਸ਼ ਕੀਤੀ। ਬੱਚਿਆਂ ਨਾਲ ਨਹੀਂ ਖੇਡਦਾ ਹੁੰਦਾ ਹੁਣ? ਉਸਨੇ ਛੱਤ ਵੱਲ ਝਾਕਦਿਆਂ ਜਵਾਬ ਦਿੱਤਾ। ਜਵਾਕ ਅੱਜ ਕੱਲ੍ਹ ਦੇ ਸੁਣਦੇ ਕਿੱਥੇ ਨੇ। ਇਹ ਉਸ ਦਾ ਪੁਰਾਣਾ ਸ਼ਿਕਵਾ ਸੀ। ਪਿਛਲੇ 15-20 ਸਾਲਾਂ ਤੋਂ ਮੈਂ ਉਸ ਨੂੰ ਇਹੋ ਕੁਝ ਕਹਿੰਦਿਆਂ ਸੁਣਦਾ ਆ ਰਿਹਾ ਸੀ। ਇਹਨਾਂ ਅੱਜ ਕੱਲ੍ਹ ਦੇ ਮੁਸ਼ਟੰਡਿਆਂ ਨੂੰ ਕੀ ਪਤਾ ਹੈ। ਇਹੋ ਜਿਹੇ 3600 ਰੋਜ਼ ਸਾਡੇ ਕੋਲ ਰੇਡੀਓ 'ਚ ਆ ਕੇ ਲੇਲਣੀਆਂ ਕੱਢਦੇ ਸੀ। ਪਰ ਇਹਨਾਂ ਨੂੰ ਕੀ ਪਤਾ ਹੈ ਪ੍ਰੋਡਿਊਸਰ ਦੀ ਕੀ ਇੱਜ਼ਤ ਹੁੰਦੀ ਹੈ। ਜਦੋਂ ਗੀਤ ਸੰਗੀਤ ਦੀ ਗੱਲ ਚੱਲਦੀ ਤਾਂ ਉਹ ਆਖਦਾ, ਅੱਜ ਕੱਲ੍ਹ ਦੇ ਗਾਇਕਾਂ ਨੂੰ ਗਾਉਣਾ ਕਿੱਥੇ ਆਉਂਦਾ। ਹਰੇਕ ਕੋਲ ਆਪਣੇ ਨਾਂ ਅੱਗੇ ਨਾਂ ਲਾ ਲੈਂਦੇ ਲੋਕ ਗਾਇਕ। ਇਹਨਾਂ ਨੂੰ ਕੀ ਪਤਾ ਹੈ ਲੋਕ ਸੰਗੀਤ ਕੀ ਹੁੰਦਾ ਹੈ। ਆਹ ਗੁਰਦੀਪ ਮਾਨ ਜਿਹੜਾ ਅੱਜ ਵੱਡਾ ਗਾਇਕ ਬਣਿਆ ਫਿਰਦਾ, ਆਡੀਸ਼ਨ 'ਚੋਂ ਫੇਲ ਹੋ ਗਿਆ ਸੀ। ਇਹ ਨਾ ਇਹਨੂੰ ਫੋਕ ਮਿਊਜ਼ਿਕ ਦਾ ਪਤਾ ਨਾ ਲਾਈਟ ਮਿਊਜ਼ਿਕ ਦਾ। ਆਖੇ ਜੀ ਮੈਂ ਲਾਈਟ ਫੋਕ ਗਾਉਣਾ। ਦੱਸ ਇਹ ਕਿਹੜੀ ਕੈਟਾਗਰੀ ਹੋ ਗਈ ਸੰਗੀਤ ਦੀ। ਉਸ ਵੇਲੇ ਉਹ ਕਿਸੇ ਵੀ ਵੱਡੇ ਗਾਇਕ ਨੂੰ ਨਾ ਬਖਸ਼ਦਾ। ਆਹ ਕੰਤ ਦਾਸ ਜਿਹੜਾ ਵਾਲ ਮਾਰਦਾ ਫਿਰਦਾ ਇੱਧਰ ਉੱਧਰ ਗਾਉਣ ਲੱਗਿਆ, ਇਹ ਫੁਕਰਾ ਸੀ ਇੱਕ ਨੰਬਰ ਦਾ। ਇਹਦਾ ਚੈੱਕ ਬਣ ਕੇ ਆ ਜਾਂਦਾ, ਪਰ ਫਿਰ ਵੀ ਮੈਂ ਇਹਨੂੰ ਬਿਠਾਈ ਰੱਖਦਾ ਸ਼ਾਮ ਤੱਕ। ਇਹਦੀ ਹਵਾ ਸੈੱਟ ਕਰਕੇ ਫਿਰ ਇਹਨੂੰ ਤੁਰਦਾ। ਘਟੀਆ ਲੋਕ। ਜਦੋਂ ਉਹ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਉਦੋਂ ਉਹ ਮੁਹੱਲੇ ਵਾਲਿਆਂ ਨੂੰ ਘਟੀਆ ਲੋਕ ਕਹਿੰਦਾ ਸੀ। ਜਦੋਂ MA ਵਿੱਚ ਛੱਡ ਆਇਆ ਉਦੋਂ ਆਹੀ ਕੁਛ ਯੂਨੀਵਰਸਿਟੀ ਵਾਲਿਆਂ ਨੂੰ ਕਹਿਣ ਲੱਗ ਪਿਆ। ਉਸ ਬਾਰੇ ਮੇਰੇ ਡੈਡੀ ਦੱਸਦੇ ਸਨ। ਯੂਨੀਵਰਸਿਟੀ ਜਾਣ ਤੋਂ ਬਾਅਦ ਮੈਨੂੰ ਡੈਡੀ ਕੋਲੋਂ ਪਤਾ ਲੱਗਿਆ ਸੀ ਕਿ ਚਾਚੇ ਨੇ ਵੀ ਯੂਨੀਵਰਸਿਟੀ ਵਿੱਚ 1 ਸਾਲ ਲਾਇਆ ਸੀ। MA ਦਾ ਦੂਜਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਛੱਡ ਆਇਆ ਸੀ। ਇਸ ਗੱਲ ਦਾ ਪਤਾ ਲੱਗਣ ਤੋਂ ਪਹਿਲਾਂ ਤਾਂ ਉਹ ਸਾਡੇ ਲਈ ਬੱਚਿਆਂ ਨਾਲ ਕ੍ਰਿਕਟ ਖੇਡਣ ਵਾਲਾ ਕਲੋਨੀ ਦਾ ਇੱਕੋ ਇੱਕ ਵਡੇਰਾ ਸੀ। ਉਸਦੇ ਰੇਡੀਓ ਛੱਡਣ ਦੀ ਕਹਾਣੀ ਵੀ ਮੈਨੂੰ ਬਾਅਦ ਵਿੱਚੋਂ ਪਤਾ ਲੱਗੀ ਸੀ। ਚਾਚਾ ਤੂੰ ਛੱਡ ਕੇ ਕਿਉਂ ਆ ਗਿਆ ਫਿਰ? ਮੈਂ ਉਸ ਨੂੰ 1-2 ਵਾਰ ਪੁੱਛਿਆ ਸੀ। ਸਟੇਸ਼ਨ ਡਾਇਰੈਕਟਰ ਨਾਲ ਲੜਾਈ ਹੋ ਗਈ ਮੇਰੀ। ਉਹ ਸਮਝਦਾ ਸੀ ਉਹ ਮਾਲਕ ਹੈ ਸਟੇਸ਼ਨ ਦਾ। ਇੱਕ ਗੀਤਕਾਰ ਇੱਕ ਆਮ ਮਲਵਈ ਅਨਪੜ੍ਹ ਜਨਾਨੀ ਬਾਰੇ ਗੀਤ ਲਿਖ ਕੇ ਲੈ ਆਇਆ, ਜਿਸ 'ਚ ਉਹਨੇ ਲਿਖਿਆ ਸਟੇਸ਼ਨ 'ਤੇ ਖੜੀ ਉਡੀਕਦੀ। ਸਟੇਸ਼ਨ ਡਾਇਰੈਕਟਰ ਮੇਰੇ ਪਿੱਛੇ ਪੈ ਗਿਆ, ਕਹਿੰਦਾ ਸਟੇਸ਼ਨ ਹੁੰਦਾ ਸਟੇਸ਼ਨ ਨਹੀਂ ਹੁੰਦਾ। ਮੈਂ ਫੈਸਲਾ ਕਰ ਲਿਆ ਜਿੱਥੇ ਲੋਕਾਂ ਨੂੰ ਆਮ ਮਲਵਈ ਭਾਸ਼ਾ ਅਤੇ ਟਕਸਾਲੀ ਭਾਸ਼ਾ ਦਾ ਫਰਕ ਪਤਾ ਨਾ ਹੋਵੇ ਉੱਥੇ ਮੈਂ ਨਹੀਂ ਕੰਮ ਕਰਨਾ। ਘਟੀਆ ਲੋਕ। ਉਸਦੇ ਹਾਣ ਦੇ ਸਾਰੇ ਬਾਲ ਬੱਚੇਦਾਰ ਸਨ। ਸਾਰੇ ਆਪੋ ਆਪਣੇ ਕੰਮਾਂ ਵਿੱਚ ਮਸ਼ਰੂਫ ਰਹਿੰਦੇ। ਉਹ ਆਪਣੀ ਮਾਂ ਵਾਲੀਆਂ ਬੱਕਰੀਆਂ ਖੋਲ੍ਹਦਾ ਬੰਨ੍ਹਦਾ ਰਹਿੰਦਾ ਜਾਂ ਘਰ ਦੇ ਛੋਟੇ ਮੋਟੇ ਕੰਮ ਕਰ ਦਿੰਦਾ। ਸ਼ਾਮ ਨੂੰ ਸਾਡੇ ਨਾਲ ਕ੍ਰਿਕਟ ਖੇਡਣ ਲੱਗ ਪੈਂਦਾ। ਇੱਕ ਵਾਰ ਉਹ ਆਪਣੇ ਬਾਪ ਕੋਲ ਅਰਬ ਦੇਸ਼ ਵੀ ਗਿਆ ਸੀ, ਪਰ ਉੱਥੇ ਵਸਣ ਦੀ ਬਜਾਏ ਉਹ ਸਾਲ 6 ਮਹੀਨਿਆਂ ਵਿੱਚ ਹੀ ਮੁੜ ਆਇਆ। ਘਟੀਆ ਲੋਕ। ਛੋਟੇ ਹੁੰਦਿਆਂ ਅਸੀਂ ਉਸ ਨੂੰ ਵੱਡੀ ਸ਼ੈ ਸਮਝਦੇ ਸੀ। ਲੰਮੇ ਵਾਲਾਂ ਨਾਲ ਜਦੋਂ ਉਹ ਰੰਗ ਬਰੰਗੇ ਪੈਂਟ ਕਮੀਜ਼ ਪਾਉਂਦਾ ਸੀ ਤਾਂ ਉਹ 80-90 ਦੇ ਹੀਰੋਆਂ ਵਰਗਾ ਲੱਗਦਾ ਸੀ। ਉਸਦੇ ਕੱਪੜੇ ਅਤੇ ਵਾਲਾਂ ਦੇ ਸਟਾਈਲ ਦੀ ਅਸੀਂ ਨਕਲ ਕਰਨ ਦੀ ਕੋਸ਼ਿਸ਼ ਕਰਦੇ, ਪਰ ਹੌਲੀ ਹੌਲੀ ਸਾਰੇ ਆਪੋ ਆਪਣੀਆਂ ਪੜ੍ਹਾਈਆਂ ਵਿੱਚ ਰੁੱਝਦੇ ਚਲੇ ਗਏ। ਬਾਹਰਲੀ ਦੁਨੀਆ ਨਾਲ ਜਾਣ ਪਛਾਣ ਵਧਣ ਕਰਕੇ ਉਸ ਦੀਆਂ ਗੱਲਾਂ ਵੀ ਸੁਣਨੋਂ ਹਟ ਗਏ।
ਉਦੋਂ ਕੁੜੀਆਂ ਮੁੰਡੇ ਸਾਨੂੰ ਦੇਖਣ ਲਈ ਸਾਡੇ ਸਟੂਡੀਓ ਦੇ ਬਾਹਰ ਖੜ੍ਹ ਜਾਂਦੇ। ਗਲੀਆਂ ਵਿੱਚੋਂ ਲੰਘਦਿਆਂ ਸਾਨੂੰ ਲੋਕੀ ਬਾਰੀਆਂ ਥਾਣੀ ਦੇਖਦੇ ਅਤੇ ਕੰਡਕਟਰ ਸਾਡੇ ਤੋਂ ਟਿਕਟ ਨਹੀਂ ਸੀ ਲੈਂਦੇ ਹੁੰਦੇ। ਕਦੀ ਕਦਾਈ ਕਲੋਨੀ ਦੀਆਂ ਗਲੀਆਂ ਵਿੱਚ ਮਿਲ ਪੈਣ 'ਤੇ ਉਹ ਹੁਣ ਵੀ ਸਾਨੂੰ ਗੱਲਾਂ ਸੁਣਾਉਣ ਲੱਗ ਪੈਂਦਾ। ਹੁਣ ਵਾਲੇ ਗਾਇਕ ਲਾਈਵ ਸੁਰੀਲਾ ਗਾ ਕੇ ਦਿਖਾਉਣ, ਮਿਕਸਿੰਗ ਕਰ ਕਰਕੇ ਹੀ ਸੁਰ ਤਾਲ ਮਿਲਾਉਣਾ ਜਾਣਦੇ ਨੇ। ਕੰਪਿਊਟਰ 'ਤੇ ਕਦੇ ਫੇਡ ਇਨ ਅਤੇ ਕਦੇ ਫੇਡ ਆਊਟ ਕਰ ਕੇ, ਕਦੇ ਓਕੇ ਦੇ ਕੇ ਬੇਸੁਰੇ ਪੈਰ ਮਾਰੀ ਜਾਂਦੇ ਨੇ ਗੀਤਾਂ ਵਿੱਚ। ਨਾ ਇਹਨਾਂ ਤੋਂ ਸ਼ਬਦਾਂ ਦੀ ਲੈ ਬਣਦੀ ਹੈ, ਨਾ ਮਤਲਬ ਬਣਦਾ ਕੋਈ, ਬਸ ਤੁਕਬੰਦੀ ਕਰੀ ਜਾਂਦੇ ਨੇ। ਪਰ ਉਸ ਦੀਆਂ ਗੱਲਾਂ ਨਾਲ ਹੁਣ ਸਾਡਾ ਬਹੁਤਾ ਸਰੋਕਾਰ ਨਹੀਂ ਸੀ ਹੁੰਦਾ ਅਤੇ ਸੁਣਨ ਦੀ ਵੀ ਸਾਡੀ ਸਹਿਣਸ਼ੀਲਤਾ ਵੀ ਹੁਣ ਘਟ ਗਈ ਸੀ। ਮੇਰੇ ਵਰਗਾ ਖਹਿੜਾ ਛਡਾਉਣ ਲਈ ਕਹਿ ਦਿੰਦਾ, ਚਾਚਾ ਆਪਣਾ ਰੇਡੀਓ ਸਟੇਸ਼ਨ ਖੋਲ੍ਹ ਲੈ ਹੁਣ ਤੂੰ। ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ, ਹੁਣ ਤਾਂ ਰੇਡੀਓ ਵਾਲੇ ਵੀ ਹੋਰ ਹੀ ਚੱਕਰਾਂ 'ਚ ਪਏ ਰਹਿੰਦੇ ਨੇ। ਦੋ ਗੱਲਾਂ ਕਰਕੇ 2 ਮਿੰਟ ਦੇ ਟਰੈਕ ਲਾ ਕੇ ਕੰਮ ਮੁਕਾ ਦਿੰਦੇ ਨੇ। ਸਾਡੇ ਤੋਂ ਬਾਅਦ ਉਹ ਸਾਡੇ ਨਾਲੋਂ ਛੋਟਿਆਂ ਨਾਲ ਖੇਡਣ ਲੱਗ ਪਿਆ ਸੀ। ਪਰ ਕਲੋਨੀ ਬਣਨ ਨਾਲ ਹੌਲੀ ਹੌਲੀ ਖਾਲੀ ਪਲਾਟਾਂ ਵਾਲੇ ਗਰਾਊਂਡ ਵੀ ਖਤਮ ਹੁੰਦੇ ਚਲੇ ਗਏ। ਚਾਚਾ ਰੋਟੀ ਦਾ ਕਿਵੇਂ ਕਰਦਾ ਹੈ? ਬ੍ਰੈਡ ਖਾ ਲਈਦੇ ਐ, ਚਾਹ ਦੁੱਧ ਨਾਲ, ਅਤੇ ਦਵਾਈ ਡਾਕਟਰ ਦੇ ਜਾਂਦੇ ਐ ਘਰ ਆ ਕੇ। ਮੇਰਾ ਮਤਲਬ ਹੈ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ। ਉਸਨੇ ਨਾਹ ਵਿੱਚ ਹੱਥ ਮਾਰਿਆ। ਫਿਰ ਜਿਵੇਂ ਕੁਝ ਯਾਦ ਆਇਆ ਹੋਵੇ, ਉਹ ਪਏ ਹੀ ਬੈੱਡ ਦੇ ਪਰਲੇ ਪਾਸੇ ਝੁਕਿਆ। ਉਸਨੇ ਮੇਰੇ ਵੱਲ ਮੂੰਹ ਪਰਤਦਿਆਂ ਇੱਕ ਪੱਥਰ ਦੀ ਤਖਤੀ ਮੇਰੇ ਪੱਟਾਂ 'ਤੇ ਰੱਖ ਦਿੱਤੀ। 2 ਦਿਨ ਪਹਿਲਾਂ ਉਸਦਾ ਸਾਹ ਉਖੜਿਆ ਹੋਇਆ ਸੀ। ਬਣਵਾ ਕੇ ਲਿਆਇਆ, ਇਸ ਹਾਲਤ 'ਚ ਗਿਆ ਸੀ ਤੂੰ? ਮੈਨੂੰ ਸੁਣ ਕੇ ਝਟਕਾ ਲੱਗਿਆ। ਜ਼ਰੂਰੀ ਸੀ, ਕਿਸੇ ਹੋਰ ਨੇ ਤਾਂ ਮੇਰੀ ਕਬਰ 'ਤੇ ਲਾ ਦੇਵੀਂ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਤਖਤੀ ਵੱਲ ਵੇਖਿਆ। ਖੁਦਿਆ ਹੋਇਆ ਸੀ, ਹਸ਼ਮਤ ਅਲੀ, ਰੇਡੀਓ ਪ੍ਰੋਡਿਊਸਰ। ਦੋਸਤੋ, ਇਹ ਤੇ ਤੁਸੀਂ ਮੁਹੰਮਦ ਇਮਤਿਆਜ਼ ਦੁਆਰਾ ਲਿਖੀ ਹੋਈ ਕਹਾਣੀ ਹਸ਼ਮਤ ਚਾਚਾ ਸੁਣੀ। ਤੁਹਾਡੇ ਵਡਮੁੱਲੇ ਸੁਝਾਵਾਂ ਦੀ ਉਡੀਕ ਵਿੱਚ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਇੰਨੇ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੇਰ ਵਿਦਾ ਲਵਾਂਗੀ। ਦੋਸਤੋ, ਸਦਾ ਖੁਸ਼ ਰਹੋ।